ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਜਦੋਂ ਜੇਠ ਹਾੜ ਦਾ ਮਹੀਨਾ ਸੀਗਾ ਤੇ ਉਹਨਾਂ ਟਾਈਮਾਂ ਦੇ ਵਿੱਚ ਗਰਮੀ ਦਾ ਬੜਾ ਜ਼ੋਰ ਪੈਂਦਾ ਸੀ। ਜਦ ਗਰਮੀ ਦਾ ਜ਼ੋਰ ਪਿਆ ਤੇ ਸੰਤ ਮਹਾਂਪੁਰਖ ਬਾਬਾ ਧੰਨਾ ਸਿੰਘ ਹੁਣਾਂ ਦੇ ਮਨ ਦੇ ਵਿੱਚ ਇਹ ਵਿਚਾਰ ਉੱਠੀ ਕਿ ਪੁੱਛੋ ਮਹਾਂਪੁਰਖ ਬਾਬਾ ਮਹਾ ਹਰਨਾਮ ਸੋਹਣਾ ਪਾਸ ਸੰਗਤ ਇਸ ਟਾਈਮ ਜ਼ਿਆਦਾ ਆਉਂਦੀ ਆ ਤੇ ਗਰਮੀ ਦਾ ਮੌਸਮ ਹੈਗਾ, ਜਿਸ ਕਰਕੇ ਉੱਥੇ ਦੁੱਧ ਦੀ ਬੜੀ ਕਿੱਲਤ ਹੈ ਤੇ ਇਸ ਘਾਟ ਨੂੰ ਪੂਰਾ ਕਰਨ ਵਾਸਤੇ ਬਾਬਾ ਧੰਨਾ ਸਿੰਘ ਹੁਣਾਂ ਨੇ ਆਪਣੇ 4 ਸੇਵਕ ਦੁੱਧ ਇਕੱਠਾ ਕਰਕੇ ਪੁੱਛੋ ਭੇਜੇ। ਇਹ 4 ਸੇਵਕਾਂ ਦੇ ਵਿੱਚੋਂ ਇੱਕ ਭਾਈ ਸਰੂਪ ਸਿੰਘ ਸੀਗੇ, ਇੱਕ ਭਾਈ ਨਰੈਣ ਸਿੰਘ, ਇੱਕ ਭਾਈ ਨਿੱਕਾ ਸਿੰਘ ਤੇ ਇੱਕ ਭਾਈ ਸੁਰਮੁਖ ਸਿੰਘ ਜੀ। ਇਹਨਾਂ ਨੇ ਸੰਤ ਧੰਨਾ ਸਿੰਘ ਹੁਣਾਂ ਦੇ ਕਹੇ ਦੇ ਉੱਤੇ ਆਲੇ ਦੁਆਲੇ ਪਿੰਡਾਂ 'ਚੋਂ ਦੁੱਧ ਦੀ ਅਗਰਾਈ ਕਰਨੀ ਸ਼ੁਰੂ ਕੀਤੀ। ਜਦ ਦੁੱਧ ਇਕੱਠਾ ਕੀਤਾ ਤੇ ਇਹ ਇਕੱਠਾ ਕਰਕੇ ਜਦ ਮਹਾਂਪੁਰਖਾਂ ਦੇ ਪਾਸ ਲੈ ਕੇ ਜਾ ਰਹੇ ਸੀ, ਰਸਤੇ ਦੇ ਵਿੱਚ ਇੱਕ ਖੇਤ ਸੀਗਾ ਤੇ ਉਸ ਖੇਤ ਦੇ ਵਿੱਚ ਸਰੋਂ ਦੀ ਜਿਹੜੀ ਵਾਢੀ ਕੀਤੀ ਹੋਈ ਸੀ। ਜਦ ਸਰੋਂ ਦੀ ਜਿਹੜੀ ਵਢਾਈ ਕੀਤੀ ਸੀ ਤੇ ਸਰੋਂ ਦਾ ਇੱਕ ਵਾਢੇ ਦਾ ਖੂੰਗਾ ਭਾਈ ਨਿੱਕਾ ਸਿੰਘ ਦੇ ਪੈਰ ਦੇ ਵਿੱਚ ਬੜੇ ਜ਼ੋਰ ਨਾਲ ਵੱਜਾ। ਜਦ ਵੱਜਾ ਤੇ ਪੈਰ ਦੇ ਵਿੱਚ ਜ਼ਖਮ ਇੰਨਾ ਗਹਿਰਾ ਹੋ ਗਿਆ, ਨਾਲ ਖੂਨ ਨਿਕਲਣ ਲੱਗ ਪਿਆ, ਜਿਸ ਕਰਕੇ ਤਕਲੀਫ ਵੱਧ ਗਈ। ਜਦ ਤਕਲੀਫ ਵਧੀ ਤੇ ਭਾਈ ਨਿੱਕਾ ਸਿੰਘ ਤੋਂ ਫਿਰ ਤੁਰਿਆ ਨਾ ਜਾਵੇ ਤੇ ਫਿਰ ਇਸ ਦਾ ਜਿਹੜਾ ਦੁੱਧ ਸਿਰ ਦੇ ਉੱਤੇ ਚੱਕਿਆ ਸੀ ਮਹਾਂਪੁਰਖਾਂ ਦਾ, ਉਹ ਤਾਂ ਫਿਰ ਦੂਸਰੇ ਨਾਲ ਦੇ ਜਿਹੜੇ ਸਾਥੀਆਂ ਨੇ ਆਪਣੇ ਸਿਰ 'ਤੇ ਰੱਖ ਲਿਆ ਤੇ ਪਰ ਨਿੱਕਾ ਸਿੰਘ ਨੂੰ ਚੱਕ ਕੇ ਨਾਲ ਤੇ ਦੂਸਰੇ ਸਾਥੀ ਜਿਹੜੇ ਸੀਗੇ ਇਹ ਮਹਾਂਪੁਰਖਾਂ ਦੇ ਪਾਸ ਲੈ ਗਏ। ਜਦ ਲੈ ਗਏ ਤਾਂ ਉੱਥੇ ਜਾ ਕੇ ਇਹਨਾਂ ਨੇ ਜਿਹੜਾ ਦੁੱਧ ਇਕੱਠਾ ਕੀਤਾ ਸੀ ਉਹ ਸਾਰਾ ਸੰਗਤ ਦੇ ਵਿੱਚ ਲੰਗਰ ਹਾਲ 'ਚ ਰੱਖ ਦਿੱਤਾ। ਪਰ ਜਦ ਰਾਤ ਹੋਈ ਤਾਂ ਜਦ ਮਹਾਂਪੁਰਖਾਂ ਨੇ ਇਹਨਾਂ ਨੂੰ ਆਵਾਜ਼ ਮਾਰੀ ਵੀ ਜਿਹੜੇ ਪ੍ਰੇਮੀ ਬਾਬਾ ਧੰਨਾ ਸਿੰਘ ਹੁਣਾਂ ਵੱਲੋਂ ਦੁੱਧ ਲੈ ਕੇ ਆਏ ਆ ਉਹ ਸਾਨੂੰ ਆ ਕੇ ਇੱਥੇ ਉੱਪਰ ਮਿਲਣ। ਜਦ ਇਹ 3 ਪ੍ਰੇਮੀ ਭਾਈ ਸਰੂਪ ਸਿੰਘ, ਭਾਈ ਨਰੈਣ ਸਿੰਘ ਤੇ ਭਾਈ ਸੁਰਮੁਖ ਸਿੰਘ ਮਹਾਂਪੁਰਖਾਂ ਦੇ ਪਾਸ ਗਏ। ਇਹਨਾਂ ਨੇ ਜਾ ਕੇ ਮੱਥਾ ਟੇਕਿਆ ਤੇ ਬਾਬਾ ਜੀ ਕਹਿਣ ਲੱਗੇ ਵੀ ਤੁਹਾਡਾ ਚੌਥਾ ਸਾਥੀ ਜਿਹੜਾ ਸੀਗਾ ਉਹ ਨਾਲ ਕਿਉਂ ਨਹੀਂ ਆਇਆ। ਜਦ ਇੰਨੀ ਗੱਲ ਹੋਈ ਤਾਂ ਫਿਰ ਸੁਰਮੁਖ ਸਿੰਘ ਕਹਿਣ ਲੱਗੇ ਜੀ ਉਹਨਾਂ ਦੇ ਪੈਰ 'ਤੇ ਚੋਟ ਲੱਗ ਗਈ, ਸੱਟ ਲੱਗ ਗਈ ਆ, ਜਿਸ ਕਰਕੇ ਉਹਨਾਂ ਕੋਲ ਤੁਰਿਆ ਨਹੀਂ ਜਾਂਦਾ। ਜਦ ਇਹ ਗੱਲ ਕਹੀ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਵੀ ਉਹਦੀ ਹਾਜ਼ਰੀ ਜਿਹੜੀ ਆ ਉਹ ਲੱਗ ਗਈ ਆ। ਸੋ ਉਸ ਤੋਂ ਬਾਅਦ ਫਿਰ ਸੁਰਮੁਖ ਸਿੰਘਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਪੈਰ ਦਾ ਜ਼ਖਮ ਇੰਨਾ ਡੂੰਘਾ ਹੈਗਾ ਕਿ ਲੱਗਦਾ ਹੈਗਾ ਕਿ ਹੁਣ ਤਕਲੀਫ ਜ਼ਿਆਦਾ ਵੱਧ ਗਈ ਆ ਤੇ ਇਸ ਕਰਕੇ ਸਾਡਾ ਪਿੰਡ ਪਹੁੰਚਣਾ ਵੀ ਮੁਸ਼ਕਿਲ ਹੈ। ਜਦ ਇੰਨੀ ਗੱਲ ਕਹੀ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਵੀ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ। ਉਹਨਾਂ ਨੇ ਸੱਚੇ ਮਨ ਦੇ ਨਾਲ ਸੰਗਤ ਦੇ ਦੁੱਧ ਦੀ ਸੇਵਾ ਕੀਤੀ ਆ, ਪਿੰਡ ਪਹੁੰਚਦਿਆਂ ਸਾਰ ਤੁਹਾਡਾ ਪੈਰ ਪੂਰੀ ਤਰ੍ਹਾਂ ਠੀਕ ਹੋ ਜਾਊਗਾ। ਫਿਰ ਉਸ ਤੋਂ ਬਾਅਦ ਫਿਰ ਉੱਥੇ ਵਿਚਾਰ ਚੱਲੀ ਤੇ ਫਿਰ ਸੁਰਮੁਖ ਸਿੰਘ ਕਹਿਣ ਲੱਗੇ ਮਹਾਂਪੁਰਖੋ ਦੇਖੋ ਜਦੋਂ ਸਿੰਘ ਬੜੀ ਪ੍ਰੇਮ ਨਾਲ ਸੇਵਾ ਕਰਦਾ ਹੈਗਾ ਤੇ ਫਿਰ ਇਸ ਦੀ ਜਿਹੜੀ ਸੇਵਾ ਹੈਗਾ ਉਹਦਾ ਫਲ ਤਾਂ ਜਿਹੜਾ ਹੈਗਾ ਸੁੱਖ ਰੂਪ ਹੁੰਦਾ ਹੈਗਾ। ਪਰ ਭਾਈ ਨਿੱਕੇ ਦੇ ਖੂੰਗਾ ਲੱਗਣ ਕਰਕੇ ਇਹਦੇ ਪੈਰਾਂ ਵਿੱਚ ਬੜੀ ਤਕਲੀਫ ਹੋਈ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੇ ਆਪਣਾ ਪੈਰ ਵੀ ਚੱਕਿਆ, ਚੱਕ ਕੇ ਉੱਪਰ ਨੂੰ ਕੀਤਾ ਤਾਂ ਜਦ ਇਹਨਾਂ ਨੇ ਦੇਖਿਆ ਤਾਂ ਬਾਬਾ ਜੀ ਦਾ ਪੈਰ ਵੀ ਨੀਲਾ ਸੀ। ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਭਾਈ ਵੀ ਇਸ ਪੈਰ ਦੇ ਉੱਤੇ ਸੱਟ ਤਾਂ ਬੜਾ ਡੂੰਘਾ ਸੀਗਾ, ਪਰ ਉਸ ਸੱਟ ਨੂੰ ਰੋਕਣ ਵਾਸਤੇ ਅਸੀਂ ਆਪਣਾ ਪੈਰ ਅੱਗੇ ਕਰ ਦਿੱਤਾ ਸੀ ਤਾਂ ਸਾਡੇ ਪੈਰ 'ਚ ਨੀਲ ਪੈ ਗਿਆ ਸੀ। ਫਿਰ ਮਹਾਂਪੁਰਖ ਆਖਣ ਲੱਗੇ ਭਾਈ ਤੁਹਾਨੂੰ ਪਤਾ ਹੈ ਕਿ ਇਹ ਕਾਰਾ ਕਿਸ ਨੇ ਕੀਤਾ। ਤਾਂ ਫਿਰ ਉਹ ਸੇਵਕ ਕਹਿਣ ਲੱਗੇ ਕਿ ਮਹਾਂਪੁਰਖੋ ਸਾਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ। ਅਤੇ ਫਿਰ ਬਾਬਾ ਜੀ ਨੇ ਦੱਸਿਆ ਸੀ ਇਹ ਸਾਰਾ ਗੇਂਦੇ ਮਲ ਦੀ ਸ਼ਰਾਰਤ ਹੈਗੀ ਆ, ਉਸ ਨੇ ਇਹ ਕਾਰਾ ਕੀਤਾ ਹੈ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਕਿਹਾ ਕਿ ਕਦੀ ਵੀ ਗੇਂਦਾ ਮਲ ਰਸਤੇ 'ਚ ਮਿਲੇ ਉਹਦੇ ਵੱਲ ਦੇਖਣਾ ਵੀ ਨਹੀਂ ਆ। ਫਿਰ ਮਹਾਂਪੁਰਖਾਂ ਨੇ ਥੋੜ੍ਹੀ ਜਿਹੀ ਮਿੱਟੀ ਦੀ ਇੱਕ ਚੁਟਕੀ ਥੱਲੇ ਚੱਕੀ ਅਤੇ ਚੱਕ ਕੇ ਫੂਕ ਮਾਰ ਕੇ ਕਹਿਣ ਲੱਗੇ ਮਿੱਟੀ 'ਤੇ, ਕਹਿੰਦੇ ਭਾਈ ਹੁਣ ਸਭ ਸ਼ੁੱਧ ਵਾ ਅਤੇ ਹੁਣ ਕਿਸੇ ਚੀਜ਼ ਦਾ ਤੁਹਾਨੂੰ ਕੋਈ ਖਤਰਾ ਨਹੀਂ ਆ। ਉਸ ਤੋਂ ਬਾਅਦ ਇੱਕ ਸੇਵਕ ਆਇਆ ਅਤੇ ਉਹਨੇ ਬਾਬਾ ਜੀ ਨੂੰ ਕਿਹਾ ਕਿ ਮਹਾਂਪੁਰਖੋ ਪ੍ਰਸ਼ਾਦਾ ਲੰਗਰ ਹਾਲ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਆ ਅਤੇ ਇਸ ਕਰਕੇ ਤੁਸੀਂ ਛਕ ਲਓ। ਪਰ ਮਹਾਂਪੁਰਖਾਂ ਨੇ ਕਿਹਾ ਹੈ ਕਿ ਬਾਕੀ ਜਿਹੜਾ ਸਾਰੀ ਸੰਗਤ ਲੰਗਰ ਹਾਲ ਕੇ ਜਾ ਕੇ ਪ੍ਰਸ਼ਾਦਾ ਛਕੇ, ਪਰ ਰਾਮਪੁਰੇ ਵਾਲੇ ਜਿਹੜੇ ਆ ਇਹ ਪ੍ਰਸ਼ਾਦਾ ਨਹੀਂ ਛਕਣਗੇ, ਕਿਉਂਕਿ ਇਹਨਾਂ ਦਾ ਜਿਹੜਾ ਪ੍ਰਸ਼ਾਦਾ ਇਹ ਇੱਥੇ ਨਹੀਂ ਆ, ਇਹ ਮਿੱਤੂ ਝੀਵਰ ਦੇ ਘਰ ਦੇ ਵਿੱਚ ਵਾ ਅਤੇ ਉੱਥੇ ਮਿੱਸੀਆਂ ਤੰਦੂਰੀ ਰੋਟੀਆਂ ਪੱਕ ਰਹੀਆਂ ਹੈਗੀਆਂ ਅਤੇ ਇਹ ਉੱਥੇ ਜਾ ਕੇ ਛਕਣਗੇ। ਜਦ ਇੰਨੀ ਗੱਲ ਹੋਈ ਆ ਅਤੇ ਭਾਈ ਸਰੂਪ ਸਿੰਘ, ਭਾਈ ਨਰੈਣ ਸਿੰਘ, ਨਿੱਕਾ ਸਿੰਘ ਅਤੇ ਸੁਰਮੁਖ ਸਿੰਘ ਇਹ ਮਨ ਦੇ ਵਿੱਚ ਸੋਚ ਕੇ ਬੜੇ ਹੈਰਾਨ ਹੋਏ। ਪਰ ਮਹਾਂਪੁਰਖ ਨੇ ਕਿਹਾ ਵੀ ਹੁਣ ਤੁਸੀਂ ਜਾਵੋ, ਜਾ ਕੇ ਰਾਮਪੁਰੇ ਪਹੁੰਚ ਕੇ ਮਿੱਤੂ ਝੀਵਰ ਦੇ ਘਰ ਜਾ ਕੇ ਤੁਸੀਂ ਪ੍ਰੇਮ ਨਾਲ ਪ੍ਰਸ਼ਾਦਾ ਛਕੋ। ਇਹ ਜਦ ਚਾਰੇ ਗਏ, ਕਹਿੰਦੇ ਵੀ ਜਦ ਅਸੀਂ ਪੁੱਛ ਕੇ ਗਏ ਤਾਂ ਬਾਕੀ ਉੱਥੇ
ਮਿੱਸੇ ਪ੍ਰਸ਼ਾਦੇ ਦੀ ਤੰਦੂਰ ਦੀਆਂ ਰੋਟੀਆਂ ਪੱਕ ਰਹੀਆਂ ਸੀ। ਕਹਿੰਦੇ ਜਦ ਅਸੀਂ ਜਾ ਕੇ ਉੱਥੇ ਫਤਿਹ ਬੁਲਾਈ ਤਾਂ ਮਿੱਤੂ ਝੀਬੋ ਨੇ ਬੜੇ ਪ੍ਰੇਮ ਦੇ ਨਾਲ ਕਹਿੰਦੇ ਸਾਡੇ ਵਾਸਤੇ ਮੰਜੇ ਡਾਹ ਤੇ ਸਾਨੂੰ ਬਿਠਾਤਾ। ਬੜੇ ਪ੍ਰੇਮ ਦੇ ਨਾਲ ਕਹਿੰਦੇ ਉਹਨੇ ਸਾਨੂੰ ਹੈ ਨਾ ਫਿਰ ਪ੍ਰਸ਼ਾਦੇ ਪਾਣੀ ਛਕਾਏ ਅਤੇ ਸਾਡੀ ਬੜੀ ਸੇਵਾ ਕੀਤੀ ਸੀਗੀ। ਅਤੇ ਕਹਿੰਦੇ ਵੀ ਅਸੀਂ ਹੈਰਾਨ ਹੋਏ ਵੀ ਧੰਨ ਮਹਾਂਪੁਰਖ ਬਾਬਾ ਮਹਾਰਨਾਮ ਸੋਹਣੀ ਅਤੇ ਉਹਨਾਂ ਦੀ ਸੰਗਤ ਵੀ ਧੰਨ ਵਾ, ਜਿਹੜੀ ਸੰਗਤ ਜਿਹੜੀ ਆ ਮਹਾਂਪੁਰਖਾਂ ਦੇ ਪ੍ਰੇਮ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਦੀ ਐਡੀ ਸੇਵਾ ਕਰਦੀ ਆ। ਇਸੇ ਤਰ੍ਹਾਂ ਹੈ ਨਾ ਇੱਕ ਨਵਾਂ ਪਿੰਡ ਜਿਹੜਾ ਦਮਦਮੇ ਸਾਹਿਬ ਦੇ ਨਜ਼ਦੀਕ ਵਾ, ਜ਼ਿਲ੍ਹਾ ਬਠਿੰਡੇ 'ਚ ਪੈਂਦਾ, ਉੱਥੇ ਇੱਕ ਪ੍ਰੇਮੀ ਸੀਗਾ। ਇਹ ਜਿਹੜਾ ਪ੍ਰੇਮੀ ਸੀਗਾ ਇਹ ਕਾਲੂ ਨਾਥ ਦੀ ਜਿਹੜੀ ਸੇਵਾ ਕਰਦਾ ਹੁੰਦਾ ਸੀ। ਇਹ ਕਾਲੂ ਨਾਥ ਦੀ ਜਗ੍ਹਾ ਨਥਾਵੇਂ ਆ ਅਤੇ ਇਹ ਪ੍ਰੇਮੀ ਨਵੇਂ ਪਿੰਡ ਦਾ ਹਰੇਕ ਸਾਲ ਆਉਂਦਾ ਹੁੰਦਾ ਸੀ ਅਤੇ ਇਹਨਾਂ ਦੇ ਦਰਸ਼ਨ ਮੇਲੇ ਕਰਦਾ ਹੁੰਦਾ ਸੀ। ਇੱਕ ਵਾਰ ਜਦ ਇਹ ਦਰਸ਼ਨ ਕਰਨ ਜਾ ਰਿਹਾ ਸੀਗਾ ਅਤੇ ਇਹਦੇ ਮਨ ਦੇ ਵਿੱਚ ਆਈ ਕਿ ਮੈਂ ਹੈ ਨਾ ਭੁੱਚੋ ਜਾਵਾਂ ਅਤੇ ਮਹਾਂਪੁਰਖ ਬਾਬਾ ਮਹਾਨਾਮ ਸੋਹਣਾ ਦੇ ਵੀ ਦਰਸ਼ਨ ਕਰਾਂ। ਇਹ ਸੋਚ ਕੇ ਇਹ ਹੈ ਨਾ ਟਿੱਲੇ ਦੇ ਉੱਤੇ ਪਹੁੰਚਿਆ। ਜਦ ਪਹੁੰਚਿਆ ਆਗਿਆ ਲੈ ਕੇ ਅਤੇ ਮਹਾਂਪੁਰਖਾਂ ਦੇ ਪਾਸ ਜਦ ਇਹਨੇ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਇਹਦਾ ਨਾਮ ਗੋਤ ਪਤਾ ਪੁੱਛਿਆ। ਫਿਰ ਪੁੱਛਿਆ ਵੀ ਕਿੱਥੋਂ ਆਏ ਅਤੇ ਕਿੱਥੇ ਚੱਲੇ ਆ। ਫਿਰ ਇਹਨੇ ਦੱਸਿਆ ਸੀਗਾ ਵੀ ਮੈਂ ਹੈ ਨਾ ਨਵੇਂ ਪਿੰਡੋਂ ਆਇਆ ਹੈਗਾ ਅਤੇ ਕਾਲੂ ਨਾਥ ਨਥਾਵੇਂ ਦੇ ਦਰਸ਼ਨਾਂ ਯਾਤਰਾ ਵਾਸਤੇ ਜਾ ਰਿਹਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅੱਛਾ, ਕਹਿੰਦੇ ਮੈਨੂੰ ਇਹ ਦੱਸ ਬਈ ਤੇਰੇ ਕੋਲ ਹੀ ਹੈ ਨਾ ਕੀਰਤਪੁਰ ਸਾਹਿਬ ਬੜੀ ਪਵਿੱਤਰ ਜਗ੍ਹਾ ਹੈਗੀ ਆ, ਜਿੱਥੇ ਦਰਸ਼ਨ ਕਰਨ ਦੇ ਨਾਲ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ। ਤੂੰ ਐਡੀ ਪਵਿੱਤਰ ਜਗ੍ਹਾ ਨੂੰ ਛੱਡ ਕੇ ਕਾਲੂ ਨਾਥ ਨਥਾਵੇਂ ਦੇ ਪਾਸ ਦਰਸ਼ਨ ਕਰਨ ਕਿਉਂ ਜਾਂਦਾ ਹੈਗਾ। ਜਦ ਇਹ ਗੱਲ ਹੋਈ ਤਾਂ ਪ੍ਰੇਮੀ ਮਹਾਂਪੁਰਖ ਨੂੰ ਕਹਿਣ ਲੱਗਾ ਕਿ ਇਹ ਤਾਂ ਜਿਹੜੇ ਦਰਸ਼ਨ ਅਸੀਂ ਕਰਦੇ ਹਾਂ ਇਹ ਤਾਂ ਸਾਡੇ ਬਜ਼ੁਰਗਾਂ ਤੋਂ ਹੀ ਰੀਤ ਚੱਲੀ ਆਉਂਦੀ ਆ ਅਤੇ ਇਸ ਕਰਕੇ ਅਸੀਂ ਪੀੜ੍ਹੀ ਦਰ ਪੀੜ੍ਹੀ ਜਿਹੜਾ ਹੈ ਨਾ ਕਾਲੂ ਨਾਥ ਨਥਾਵੇਂ ਦੇ ਦਰਸ਼ਨ ਕਰਨ ਵਾਸਤੇ ਹਰੇਕ ਸਾਲ ਇੱਥੇ ਆਉਂਦੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਵੀ ਜੇ ਤੁਸੀਂ ਪੀੜ੍ਹੀ ਦਰ ਪੀੜ੍ਹੀ ਕਾਲੂ ਨਾਥ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ, ਕੀ ਤੁਹਾਡੇ ਕਿਸੇ ਬਜ਼ੁਰਗ ਨੇ ਜਾਂ ਤੂੰ ਕਦੀ ਕਾਲੂ ਨਾਥ ਦੇ ਦਰਸ਼ਨ ਕੀਤੇ ਆ। ਜਦ ਇੰਨੀ ਗੱਲ ਹੋਈ ਤਾਂ ਇਹ ਪ੍ਰੇਮੀ ਚੁੱਪ ਕਰ ਗਿਆ ਅਤੇ ਮਨ 'ਚ ਸੋਚਣ ਲੱਗਾ ਅਤੇ ਬਾਬਾ ਜੀ ਕਹਿੰਦੇ ਹਾਂ ਦੱਸ ਬੋਲਦਾ ਕਿਉਂ ਨਹੀਂ। ਫਿਰ ਇਹ ਪ੍ਰੇਮੀ ਕਹਿਣ ਲੱਗਾ ਜੀ ਅਸੀਂ ਨਾ ਤਾਂ ਸਾਡੇ ਕਿਸੇ ਬਜ਼ੁਰਗ ਨੇ ਦਰਸ਼ਨ ਕੀਤੇ ਨਾ ਮੈਂ ਹੀ ਕੀਤੇ ਆ। ਜੇ ਕਿਸੇ ਬਜ਼ੁਰਗ ਨੇ ਦਰਸ਼ਨ ਕੀਤੇ ਹੁੰਦੇ ਤਾਂ ਕਦੀ ਨਾ ਕਦੀ ਉਹ ਘਰ ਦੇ ਵਿੱਚ ਜ਼ਰੂਰ ਦੱਸਦੇ। ਸੋ ਗੱਲ ਪੀੜ੍ਹੀ ਦਰ ਪੀੜ੍ਹੀ ਤਾਂ ਕਿਸੇ ਨੇ ਇਹ ਨਹੀਂ ਦੱਸੀ ਹੈਗੀ, ਪਰ ਇੰਨਾ ਜ਼ਰੂਰ ਆ ਕਿ ਸਾਨੂੰ ਸ਼ੁਰੂ ਤੋਂ ਹੀ ਆਦਤ ਬਣ ਚੁੱਕੀ ਆ ਕਿ ਅਸੀਂ ਹਰੇਕ ਸਾਲ ਜਾਈਏ ਕਾਲੂ ਦੇ ਦਰਬਾਰ ਦੇ ਵਿੱਚ ਅਤੇ ਉੱਥੇ ਜੋ ਵੀ ਤਿਲ ਫੁੱਲ ਹੈਗਾ ਉਹ ਚੜ੍ਹਾਈਏ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਆਖਣ ਲੱਗੇ ਅੱਛਾ ਜੇ ਤੂੰ ਦਰਸ਼ਨ ਨਹੀਂ ਕੀਤੇ ਅਤੇ ਕੀ ਤੂੰ ਦਰਸ਼ਨ ਕਰਨੇ ਚਾਹੁੰਦਾ। ਜਦ ਇੰਨੀ ਗੱਲ ਹੋਈ ਤਾਂ ਪ੍ਰੇਮੀ ਕਹਿਣ ਲੱਗਾ ਮਹਾਂਪੁਰਖੋ ਕੀ ਤੁਸੀਂ ਕਰਾ ਸਕਦੇ ਹਾਂ। ਬਾਬਾ ਜੀ ਕਹਿੰਦੇ ਤੂੰ ਆਪਣੀ ਇੱਛਾ ਦੱਸ, ਜੇ ਤੂੰ ਕਰਨੇ ਆ ਤਾਂ ਭਾਈ ਤੈਨੂੰ ਕਰਾ ਵੀ ਦੇਵਾਂਗੇ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿਣ ਲੱਗਾ ਕਿ ਮਹਾਂਪੁਰਖੋ ਆਪਦੀ ਬੜੀ ਮਿਹਰਬਾਨੀ ਆ ਜੇ ਮੈਨੂੰ ਕਾਲੂ ਨਾਥ ਦੇ ਦਰਸ਼ਨ ਹੋ ਜਾਣ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਅੱਛਾ ਭਾਈ ਫਿਰ ਤੂੰ ਅੱਜ ਰਾਤ ਇੱਥੇ ਠਹਿਰ ਅਤੇ ਫਿਰ ਤੂੰ ਦੇਖੀ। ਉਸ ਤੋਂ ਬਾਅਦ ਦੇਖੋ ਇਹ ਪ੍ਰੇਮੀ ਜਿਹੜਾ ਸੀਗਾ ਮਹਾਂਪੁਰਖਾਂ ਦੇ ਪਾਸ ਟਿਕ ਗਿਆ। ਜਦੋਂ ਟਿਕੇ ਤਾਂ ਜਦ ਸ਼ਾਮ ਦਾ ਸਮਾਂ ਹੋਇਆ ਇਹਦੇ ਮਨ ਦੇ ਵਿੱਚ ਫੁਰਨਾ ਵਿਚਾਰ ਬਣਿਆ ਹੈ ਨਾ ਕਿ ਮੈਂ ਥੋੜ੍ਹਾ ਜਿਹਾ ਨਾ ਆਲੇ ਦੁਆਲੇ ਸੈਰ ਸਪਾਟਾ ਕਰਕੇ ਆਵਾਂ। ਇਹ ਪੱਛਮ ਦੇ ਪਾਸੇ ਵੱਲ ਨੂੰ ਤੁਰਿਆ। ਜਦ ਤੁਰਿਆ ਹੈਗਾ ਤਾਂ ਥੋੜ੍ਹਾ ਜਿਹਾ ਅੱਗੇ ਟਿੱਬੇ ਆ, ਟਿੱਬਿਆਂ ਦੇ ਵਿੱਚ ਥੋੜ੍ਹਾ ਜੰਗਲ ਦਾ ਇਲਾਕਾ ਸੀਗਾ। ਜਦੋਂ ਉੱਧਰ ਨੂੰ ਤੁਰਿਆ ਇਹਨੇ ਕੀ ਦੇਖਿਆ ਕਿ ਉੱਥੋਂ ਸਾਹਮਣੇ ਹੈ ਨਾ ਇੱਕ ਬਜ਼ੁਰਗ ਆਦਮੀ ਤੁਰ ਆ ਰਿਹਾ ਹੈਗਾ। ਉਹ ਜਿਹੜਾ ਬਜ਼ੁਰਗ ਆਦਮੀ ਉਹਦੀ ਉਮਰ 90-95 ਸਾਲ ਦੇ ਕਰੀਬ ਆ। ਉਹਦੇ ਕੰਨਾਂ ਦੇ ਵਿੱਚ ਮੁੰਦਰਾਂ ਸੀਗੀਆਂ, ਸਿਰੋਂ ਰੋਡਾ ਸੀਗਾ, ਲਗੋਟੀ ਲਾਈ ਸੀ, ਹੱਥ ਦੇ ਵਿੱਚ ਇੱਕ 'ਚ ਤੁੰਬਾ ਫੜਿਆ, ਇੱਕ ਹੱਥ 'ਚ ਚਮਟਾ ਫੜਿਆ ਹੈਗਾ ਅਤੇ ਪੈਰੀਂ ਜਿਹੜੀਆਂ ਪੁਰਾਣੀਆਂ ਖੜਾਵਾਂ ਪਾਈਆਂ ਹੋਈਆਂ ਅਤੇ ਸਰੀਰ ਕੁੱਬਾ ਹੈਗਾ। ਜਦ ਇਹ ਜਿਹੜਾ ਸੀਗਾ ਬਜ਼ੁਰਗ ਇਹਦੇ ਕੋਲੋਂ ਦੀ ਲੰਘਣ ਲੱਗਾ ਪ੍ਰੇਮੀ ਦੇ ਅਤੇ ਇਸ ਪ੍ਰੇਮੀ ਨੇ ਮਨ 'ਚ ਸੋਚਿਆ ਕੋਈ ਪੁਰਾਣਾ ਸਾਧੂ ਲੱਗਦਾ ਹੈਗਾ ਜਿਹੜਾ ਬਜ਼ੁਰਗ ਇੱਥੇ ਜਾ ਰਿਹਾ ਹੈਗਾ। ਇੰਨੀ ਗੱਲ ਹੋਈ ਤਾਂ ਇਸ ਨੇ ਹਰ ਸਾਧੂ ਜਾਣ ਕੇ ਇਸ ਨੂੰ ਨਮਸਕਾਰ ਕੀਤੀ। ਜਦ ਨਮਸਕਾਰ ਕੀਤੀ ਤਾਂ ਫਿਰ ਉਹ ਜਿਹੜਾ ਬਜ਼ੁਰਗ ਸੀਗਾ ਇਸ ਪ੍ਰੇਮੀ ਨੂੰ ਬੋਲਿਆ, ਕਹਿਣ ਲੱਗਾ ਵੀ ਤੂੰ ਹੈ ਨਾ ਰੂਮੇ ਵਾਲੇ ਮਹਾਂਪੁਰਖਾਂ ਦੇ ਪਾਸ ਦਰਸ਼ਨ ਕਰਨ ਲਈ ਠਹਿਰਿਆ ਹੋਇਆ ਹੈ। ਜਦ ਇੰਨੀ ਗੱਲ ਹੋਈ ਹੈ ਤਾਂ ਪ੍ਰੇਮੀ ਕਹਿਣ ਲੱਗਾ ਜੀ ਹਾਂ ਮੈਂ ਉਹਨਾਂ ਦੇ ਹੈ ਨਾ ਦਰਸ਼ਨ ਕਰਨ ਵਾਸਤੇ ਠਹਿਰਿਆ ਹੋਇਆ। ਉਸ ਤੋਂ ਬਾਅਦ ਦੇਖੋ ਉਹੀ ਸੰਤ ਜਿਹੜਾ ਸੀਗਾ ਫਿਰ ਇਸ ਨੂੰ ਕਹਿਣ ਲੱਗਾ ਵੀ ਧੰਨਵਾਦ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਹੁਣੀ ਜਿਨ੍ਹਾਂ ਦਾ ਇੱਕ ਵਾਰੀ ਨਾਮ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ। ਜਦ ਇੰਨੀ ਗੱਲ ਹੋਈ ਤਾਂ ਪ੍ਰੇਮੀ ਕੁਛ ਨਹੀਂ ਬੋਲਿਆ। ਉਹ ਜਿਹੜੇ ਸੰਤ ਸੀਗੇ ਇੰਨੀ ਗੱਲ ਕਹਿ ਕੇ ਅੱਗੇ ਨੂੰ ਚਲੇ ਗਏ। ਇਹ ਪ੍ਰੇਮੀ ਫਿਰ ਹੈ ਨਾ ਸੈਰ ਕਰਕੇ ਘੁੰਮ ਕੇ ਫਿਰ ਟਿੱਲੇ ਦੇ ਉੱਤੇ ਆ ਗਿਆ। ਜਦ ਮਹਾਂਪੁਰਖਾਂ ਦੇ ਪਾਸ ਆਇਆ ਅਤੇ ਇਹਨੇ ਕੀ ਦੇਖਿਆ ਕਾਫੀ ਸੰਗਤ ਮਹਾਂਪੁਰਖਾਂ ਦੇ ਪਾਸ ਬੈਠੀ ਅਤੇ ਇੱਥੇ ਬਚਨ ਬਲਾਸ ਚੱਲ ਰਹੇ ਆ। ਜਦ ਮਹਾਂਪੁਰਖਾਂ ਨੇ ਜਿਹੜੇ ਸੀ ਉਹ ਸੰਗਤ ਦੇ ਨਾਲ ਬਚਨ ਬਲਾਸ ਪੂਰੇ ਕੀਤੇ। ਇਸ ਤੋਂ ਬਾਅਦ ਇਸ ਪ੍ਰੇਮੀ ਵੱਲ ਜਿਹੜਾ ਸੀ ਨਜ਼ਰ ਕਰਕੇ ਮਹਾਂਪੁਰਖਾਂ ਨੇ ਇਸ ਨੂੰ ਆਖਿਆ, ਕਹਿੰਦੇ ਕਿਉਂ ਭਾਈ ਤੈਂ ਕਾਲੂ ਨਾਥ ਦੇ ਦਰਸ਼ਨ ਕੀਤੇ ਆ। ਜਦ ਇੰਨੀ ਗੱਲ ਹੋਈ ਤਾਂ ਕਹਿਣ ਲੱਗਾ ਜੀ ਅਜੇ ਤਾਂ ਨਹੀਂ ਕੀਤੇ।
जद इन्नी गल हुई तो बाबा जी कहन लगा जे तू नहीं कीते है? कहन लगा जी नहीं अजे तो मैं नहीं कीते। महापुर कहन लगा भी वो जिहड़ा साधु तैनूं रस्ते 'च मिलिया सी वो कौन सीगा? ते कहन लगा जी वो तो कोई मंगता जिहा लगदा सी। महापुर कहंदे मंगता नहीं भाई, ਉਹੀ ही कालू नाथ सीगा। जद इन्नी गल हुई तो बड़ा हैरान होया, मन च सोचण लगा जी वो तो कोई 90-95 साल का कोई बजुर्ग आदमी सीगा, पर कालू नाथ जिहड़ा हैगा वो तो मैं बड़ा रिष्ट पुष्ट होऊगा, काफ़ी सुंदर सोहना होऊगा, पर ये तो जिहड़ा सीगा कुब्बा आदमी सीगा ते इस तरह लगदा सी जिद्दां बहुत ही ज़्यादा गरीबड़ा जिहा होवे। जद इन्नी गल हुई तो बाबा जी कहण लगे, कहंदे भाई जिहड़े साधु हुंदे है ना वो गरीबड़े ਜਿਹੇ ही हुंदे आ, पर तैनूं असीं इस करके दर्शन कराए आ ਤਾਂ ਜੋ ਤੇਰਾ ਭਰਮ ਜਿਹੜਾ ਹੈ ਨਾ ਇਹ ਨਿਕਲ ਜਾਵੇ ਵੀ ਜਿਹੜਾ ਆਪ ਗਰੀਬ ਆ ਦੂਸਰਿਆਂ ਨੂੰ ਅਮੀਰ ਕਿਵੇਂ ਬਣਾਊਗਾ। ਇਸੇ ਕਰਕੇ ਭਾਈ ਤੇਰੇ ਘਰ ਦੇ ਵਿੱਚ ਪਵਿੱਤਰ ਤੀਰਥ ਹੈਗਾ, ਉਹ ਹੈ ਕੀਰਤਪੁਰ ਸਾਹਿਬ। ਤੂੰ ਉੱਥੇ ਜਾ, ਉੱਥੇ ਤੇਰੇ ਮਨ ਦੀਆਂ ਸਾਰੀਆਂ ਭਾਵਨਾ, ਤੇਰੇ ਮਨ ਦੀਆਂ ਸਾਰੀਆਂ ਸ਼ਾਮਾਂ ਉੱਥੇ ਹੀ ਪੂਰੀਆਂ ਹੋਣੀਆਂ ਹੈ, ਉੱਥੇ ਸੇਵਾ ਕਰਿਆ ਕਰ। ਜਦ ਇਹ ਗੱਲ ਹੋਈ ਤਾਂ ਫਿਰ ਜਿਹੜਾ ਪ੍ਰੇਮੀ ਸੀਗਾ ਬੜਾ ਪ੍ਰਸੰਨ ਹੋਇਆ, ਇਹਨੇ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ, ਰਾਹ 'ਤੇ ਪੁੱਛੋ ਮਹਾਂਪੁਰਖਾਂ ਦੇ ਚਰਨਾਂ 'ਚ ਰਿਹਾ। ਫਿਰ ਦਿਨ ਚੜ੍ਹਿਆ ਹੈਗਾ, ਫਿਰ ਆਪਣੇ ਪਿੰਡ ਗਿਆ। ਅੱਜ ਵੀ ਇਹ ਜਿਹੜਾ ਸਾਰਾ ਪਰਿਵਾਰ ਹੈਗਾ ਇਹ ਕੀਰਤਪੁਰ ਸਾਹਿਬ ਸੇਵਾ ਕਰਦਾ ਹੈ। ਇਸੇ ਤਰ੍ਹਾਂ ਨਾ ਇੱਕ ਸਰਦਾਰ ਗੁਰਬਚਨ ਸਿੰਘ ਹੋਇਆ ਤਹਿਸੀਲਦਾਰ, ਇਹ ਹੈ ਨਾ ਭਦੌਣ ਦੇ ਰਹਿਣ ਵਾਲੇ ਸੀਗੇ। ਇਹਨਾਂ ਦੀ ਇੱਕ ਛੋਟੀ ਭੈਣ ਬਿਮਾਰ ਰਹਿੰਦੀ ਸੀ, ਜਿਹੜੀ ਉਹਨਾਂ ਟਾਈਮਾਂ ਦੇ ਵਿੱਚ ਨਾਭੇ ਸੀਗੀ, ਉੱਥੇ ਦਾ ਇਲਾਜ ਚੱਲ ਰਿਹਾ ਸੀਗਾ। ਪਰ ਇਹਨੂੰ ਕਿਸੇ ਤਰ੍ਹਾਂ ਜਦ ਕੋਈ ਆਰਾਮ ਨਹੀਂ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਅਤੇ ਇਹਦੀ ਜਿਹੜੀ ਮਾਂ ਸੀਗੀ ਇਸ ਨੂੰ ਲੈ ਕੇ ਜਦੋਂ ਰੇਲ ਗੱਡੀ ਵਿੱਚ ਆਪਣੇ ਪਿੰਡ ਵਾਪਸ ਆ ਰਹੀ ਸੀ ਅਤੇ ਜਿਸ ਸਟੇਸ਼ਨ ਦੇ ਵਿੱਚ ਇਹ ਖੜ੍ਹੀ ਸੀ ਉੱਥੇ ਇੱਕ ਹੋਰ ਮਾਈ ਮਿਲੀ। ਉਸ ਨੇ ਇਸ ਬੱਚੀ ਵੱਲ ਦੇਖ ਕੇ ਆਖਿਆ ਵੀ ਇਹ ਜਿਹੜੀ ਤੇਰੀ ਬੱਚੀ ਹੈਗੀ ਆ ਇਹ ਕੀ ਗੱਲ ਇਹ ਬਿਮਾਰ ਲੱਗਦੀ ਆ? ਤਾਂ ਫਿਰ ਇਸ ਮਾਈ ਦੀ ਮਾਂ ਬਿਮਾਰ ਦੀ ਉਹ ਉਸ ਦੂਸਰੀ ਬੀਬੀ ਨੂੰ ਕਹਿਣ ਲੱਗੀ ਕਿ ਹਾਂ ਇਹ ਬਿਮਾਰ ਹੈਗੀ ਆ। ਕਰਦੇ ਕਰਦੇ ਜਦੋਂ ਗੱਲਾਂ ਤੇ ਬਾਤਾਂ ਇਸ ਤਰ੍ਹਾਂ ਦੀਆਂ ਹੋਣ ਲੱਗੀਆਂ, ਜਾਨੂੰ ਗੱਡੀ ਆ ਗਈ। ਜਦੋਂ ਗੱਡੀ 'ਚ ਬੈਠਣ ਲੱਗੀ ਤਾਂ ਮਾਈ ਕਹਿੰਦੀ ਵੀ ਮੈਂ ਵੀ ਉੱਥੇ ਜਾਣਾ ਹੈਗਾ ਅਤੇ ਮੈਨੂੰ ਵੀ ਮੈਂ ਰਸਤੇ 'ਚ ਉਤਰਨਾ ਹੈ। ਅਤੇ ਫਿਰ ਮਾਈ ਕਹਿਣ ਲੱਗੀ ਕਿ ਮੇਰੇ ਪਾਸ ਪਹਿਲੀ ਜਿਹੜਾ ਫਸਟ ਕਲਾਸ ਦਾ ਡੱਬੇ ਦਾ ਟਿਕਟ ਹੈਗਾ, ਪਰ ਤੇਰੇ ਪਾਸ ਟਿਕਟ ਕੋਈ ਨਹੀਂ ਆ। ਜਦ ਇੰਨੀ ਗੱਲ ਹੋਈ ਤਾਂ ਛੋਟੀ ਬੱਚੀ ਜਿਹੜੀ ਬਿਮਾਰ ਸੀ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਤਾ ਕੋਈ ਗੱਲ ਨਹੀਂ, ਜੇ ਟਿਕਟ ਨਹੀਂ ਹੈ ਤਾਂ ਤੂੰ ਇਹਨੂੰ ਆਪਣੇ ਪਾਸ ਸੀਟ 'ਤੇ ਬਿਠਾ ਲਈ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਉਹਦੀ ਮਾਂ ਬੱਚੀ ਦੀ ਕਹਿਣ ਲੱਗੀ ਕਿ ਜੇ ਮੈਂ ਸੀਟ 'ਤੇ ਬਿਠਾ ਲਈ ਤਾਂ ਟੀਟੀ ਤੰਗ ਕਰੇਗਾ। ਪਰ ਫਿਰ ਬੱਚੀ ਕਹਿਣ ਲੱਗੀ ਕੋਈ ਗੱਲ ਨਹੀਂ, ਜੇ ਟੀਟੀ ਤੰਗ ਕਰੇਗਾ ਤਾਂ ਆਪਾਂ ਉਹਨੂੰ ਪੈਸੇ ਦੇ ਦੇਂਗੇ ਇਹਦੇ ਕਿਰਾਏ ਦੇ। ਇਸ ਤਰ੍ਹਾਂ ਕਰਦਿਆਂ ਇਸ ਮਾਈ ਨੂੰ ਵੀ ਜਿਹੜਾ ਸੀਗਾ ਨਾਲ ਇਹਨਾਂ ਦੋਨਾਂ ਨੇ ਆਪਣੀ ਸੀਟ 'ਤੇ ਬਿਠਾ ਲਿਆ। ਦੇਖੋ ਜਦ ਗੱਲਾਂ ਤੁਰੀਆਂ ਤਾਂ ਫਿਰ ਇਸ ਮਾਈ ਨੇ ਦੂਸਰੀ ਮਾਈ ਨੂੰ ਇਹ ਪੁੱਛਿਆ ਵੀ ਤੂੰ ਕਿੱਥੋਂ ਆਈ ਅਤੇ ਕਿੱਥੇ ਜਾਣਾ। ਫਿਰ ਉਸ ਮਾਈ ਨੇ ਇਸ ਪਰਿਵਾਰ ਨੂੰ ਦੱਸਿਆ ਸੀਗਾ ਕਿ ਮੈਂ ਪੁੱਛੋ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸੋਹਣਾ ਦੇ ਦਰਸ਼ਨ ਕਰਨ ਅਕਸਰ ਆਉਂਦੀ ਹਾਂ ਅਤੇ ਇੱਥੇ ਸੇਵਾ ਪਾਣੀ ਕਰਦੀ ਹਾਂ, ਅਤੇ ਜੇ ਤੁਸੀਂ ਮੇਰਾ ਕਿਹਾ ਮੰਨੋ ਉਹ ਬਹੁਤ ਪੂਰਨ ਸਾਧੂ ਆ, ਉੱਥੇ ਤੁਸੀਂ ਪਹੁੰਚੋਗੇ ਅਤੇ ਮੇਰਾ ਜਿਹੜਾ ਚਿੱਤੇ ਕਹਿੰਦਾ ਕਿ ਤੇਰੀ ਬੱਚੀ ਨੂੰ ਜ਼ਰੂਰ ਆਰਾਮ ਆ ਜਾਊਗਾ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਉਹ ਬੱਚੀ ਦੀ ਮਾਂ ਸੋਚਣ ਲੱਗ ਪਈ, ਸੋਚ ਕੇ ਕਹਿਣ ਲੱਗੀ ਕਿ ਗੁਰਬਚਨ ਸਿੰਘ ਜਿਹੜਾ ਤਹਿਸੀਲਦਾਰ ਉਹ ਵੀ ਮੇਰੇ ਨਾਲ ਨਹੀਂ ਆ। ਫਿਰ ਦੂਸਰੀ ਗੱਲ ਇਹ ਆ ਕਿ ਮੈਂ ਇਸ ਤਰ੍ਹਾਂ ਬੱਚੀ ਨੂੰ ਲੈ ਕੇ ਭੁੱਚੋ ਜਾ ਨਹੀਂ ਸਕਦੀ, ਅਸੀਂ ਪਹਿਲਾਂ ਘਰ ਜਾਵਾਂਗੇ, ਘਰ ਜਾ ਕੇ ਸਲਾਹ ਕਰਾਂਗੇ ਫਿਰ ਲੈ ਕੇ ਜਾਵਾਂਗੀਆਂ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜੀ ਬਿਮਾਰ ਬੱਚੀ ਛੋਟੀ ਸੀ ਵਿੱਚੋਂ ਹੀ ਬੋਲ ਪਈ, ਕਹਿੰਦੀ ਮਾਤਾ ਜੀ ਵੀ ਹੁਣੇ ਕਿਉਂ ਨਹੀਂ ਅਸੀਂ ਜਾ ਸਕਦੇ, ਇਹ ਵੀ ਮਾਈ ਭੁੱਚੋ ਚੱਲੀ, ਅਸੀਂ ਇਹਦੇ ਨਾਲ ਭੁੱਚੋ ਚਲੇ ਜਾਂਦੇ ਹਾਂ। ਅਤੇ ਅਗਰ ਤੁਸੀਂ ਘਰ ਸਲਾਹ ਦੀ ਗੱਲ ਕਰਦੇ ਹਾਂ, ਅਗਰ ਮੈਂ ਰਸਤੇ ਵਿੱਚ ਜਾ ਕੇ ਘਰ ਜਾ ਕੇ ਜੇ ਵੈਸੇ ਹੀ ਮਰ ਗਈ ਤਾਂ ਫਿਰ ਮੈਨੂੰ ਭੁੱਚੋ ਕੌਣ ਲੈ ਕੇ ਜਾਊਗਾ। ਜਦੋਂ ਛੋਟੀ ਬੱਚੀ ਨੇ ਇਸ ਤਰ੍ਹਾਂ ਕਿਹਾ ਅਤੇ ਇਹਨਾਂ ਦੇ ਨਾਲ ਤਹਿਸੀਲਦਾਰ ਦਾ ਇੱਕ ਚਪੜਾਸੀ ਸੀ, ਉਹ ਫਿਰ ਇਸ ਮਾਈ ਨੂੰ ਕਹਿਣ ਲੱਗਾ ਕਿ ਮਾਤਾ ਜੀ ਤੁਸੀਂ ਫਿਕਰ ਨਾ ਕਰੋ, ਸਾਹਿਬ ਨੂੰ ਮੈਂ ਆਪੇ ਸਾਰੀ ਗੱਲ ਦੱਸ ਦੂੰਗਾ, ਤੁਸੀਂ ਇੱਕ ਵਾਰੀ ਹੈ ਨਾ ਮੱਥਾ ਤਾਂ ਟਿਕਾ ਲਓ ਮਹਾਂਪੁਰਖਾਂ ਦੇ। ਜਦ ਇੰਨੀ ਗੱਲ ਹੋਈ ਫਿਰ ਸਾਰਾ ਟੱਬਰ ਜਿਹੜਾ ਸੀ ਇਸ ਗੱਲ 'ਤੇ ਸਹਿਮਤ ਹੋ ਗਿਆ ਅਤੇ ਉਸੇ ਯਾਤਰੂ ਮਾਈ ਦੇ ਨਾਲ ਇਹ ਪੁੱਛੋ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸੋਹਣਾ ਦੇ ਪਾਸ ਪਹੁੰਚ ਗਏ। ਜਦ ਪਾਸ ਪਹੁੰਚੇ ਤਾਂ ਪਹਿਲਾਂ ਸੰਗਤ ਉੱਥੇ ਕਾਫੀ ਅੰਦਰ ਬੈਠੀ ਹੋਈ ਸੀ, ਪਰ ਇਹਨਾਂ ਨੂੰ ਸੇਵਕ ਨੇ ਰੋਕ ਦਿੱਤਾ ਕਿ ਜਦ ਤੱਕ ਅੰਦਰਲੀ ਜਿਹੜੀ ਸੰਗਤ ਆ ਬਾਹਰ ਨਹੀਂ ਆਉਂਦੀ ਤਦ ਤੱਕ ਤੁਸੀਂ ਇੰਤਜ਼ਾਰ ਕਰੋ। ਦੇਖੋ ਇਹ ਦੁਨੀਆ ਨਾ ਮਾਮਾ ਧੀਆਂ ਅਤੇ ਚਪੜਾਸੀ ਬਾਹਰ ਬੈਠੇ ਰਹੇ। ਉਸ ਤੋਂ ਬਾਅਦ ਜਦ ਸੂਰਜ ਛਿਪਣ ਲੱਗਾ ਅਤੇ ਫਿਰ ਸੰਗਤ ਦੇ ਕਹੇ ਦੇ ਉੱਤੇ ਮਹਾਂਪੁਰਖਾਂ ਦੇ ਪਾਸੇ ਗਈਆਂ। ਜਦ ਗਈਆਂ ਇਹਨਾਂ ਨੇ ਜਾ ਕੇ ਮੱਥਾ ਟੇਕਿਆ ਅਤੇ ਮਹਾਂਪੁਰਖਾਂ ਨੇ ਦਾ ਨਾਮ ਪਤਾ ਗੋਤ ਪੁੱਛਿਆ। ਪੁੱਛਣ ਤੋਂ ਬਾਅਦ ਫਿਰ ਬਾਬਾ ਜੀ ਨੇ ਉਸ ਛੋਟੀ ਬੱਚੀ ਵੱਲ ਦੇਖਿਆ। ਦੇਖਦੇ ਸਾਰੀ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਵੀ ਬੇਟਾ ਤੂੰ ਮੈਨੂੰ ਇਹ ਦੱਸ ਵੀ ਤੇਰਾ ਮਰਨ ਨੂੰ ਜੀ ਕਰਦਾ ਹੈਗਾ ਜਾਂ ਜਿਉਣ ਵਾਸਤੇ ਕਰਦਾ ਹੈ। ਜਦ ਇੰਨੀ ਗੱਲ ਹੋਈ ਤਾਂ ਉਹ ਬੱਚੀ ਜਿਹੜੀ ਸੀ ਯਕਦਮ ਹੀ ਮਹਾਂਪੁਰਖਾਂ ਨੂੰ ਕਹਿਣ ਲੱਗੀ, ਕਹਿੰਦੇ ਮਹਾਂਪੁਰਖੋ ਚਾਹੇ ਤੁਸੀਂ ਮੈਨੂੰ ਮਾਰ ਦਿਓ ਚਾਹੇ ਜਵਾ ਲਓ,
ਇਹ ਤਾਂ ਤੁਸੀਂ ਕਰਨਾ ਹੈਗਾ, ਮੈਂ ਇਹਦੇ ਵਿੱਚ ਕੀ ਕਹਿ ਸਕਦੀ ਹਾਂ। ਜਦ ਇਹ ਗੱਲ ਹੋਈ ਤਾਂ ਬਾਬਾ ਮਾਹਰ ਨਾਮ ਸੋਹਣੀ ਜਿਹੜੇ ਸੀ ਥੋੜ੍ਹੇ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਬੇਟਾ ਅਜੇ ਉਮਰ ਤਾਂ ਤੇਰੀ ਸਾਰੀ ਲੱਗਦਾ 13 ਸਾਲ ਦੀ ਆ, ਪਰ ਗੱਲਾਂ ਤੇਰੀਆਂ ਸਿਆਣਿਆਂ ਵਾਲੀਆਂ ਹੈ। ਜਦ ਇੰਨੀ ਗੱਲ ਹੋਈ ਤਾਂ ਬੱਚੀ ਦੀ ਮਾਂ ਸੁਣ ਕੇ ਬੜੀ ਹੈਰਾਨ ਹੋਈ ਅਤੇ ਬਾਬਾ ਜੀ ਨੂੰ ਕਹਿਣ ਲੱਗੀ, ਬਾਬਾ ਜੀ ਕਮਾਲ ਹੈ, ਬੱਚੀ ਵਾਕਿਆ ਮੇਰੀ 13 ਸਾਲ ਦੀ ਹੈਗੀ ਆ। ਅਤੇ ਮਹਾਂਪੁਰਖ ਕਹਿਣ ਲੱਗੇ, ਚਲੋ ਤੁਸੀਂ ਹੁਣ ਦੂਰੋਂ ਆਏ ਆ, ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲਓ, ਤੁਹਾਡੇ ਨਾਲ ਬਾਅਦ 'ਚ ਗੱਲ ਕਰਦੇ ਹਾਂ। ਦੇਖੋ ਮਾਵਾਂ ਧੀਆਂ ਚਪੜਾਸੀ ਅਤੇ ਨਾਲ ਦੀ ਉਹ ਵੀ ਬੀਬੀ, ਇਹ ਜਿਹੜੀ ਸੀ ਇਹ ਲੰਗਰ ਹਾਲ 'ਚ ਜਾ ਕੇ ਪ੍ਰਸ਼ਾਦਾ ਛਕਣ ਲੱਗ ਪਏ। ਪ੍ਰਸ਼ਾਦਾ ਛਕਣ ਤੋਂ ਬਾਅਦ ਮਹਾਂਪੁਰਖਾਂ ਨੇ ਜਦ ਅੱਧੀ ਰਾਤ ਹੋਈ ਹੈ ਨਾ, ਇਸ ਪਰਿਵਾਰ ਨੂੰ ਆਵਾਜ਼ ਮਾਰੀ। ਜਦ ਆਵਾਜ਼ ਮਾਰੀ ਅਤੇ ਮਹਾਂਪੁਰਖਾਂ ਨੇ ਜਿਹੜੇ ਸੀਗਾ ਆਪਣੇ ਇੱਕ ਸੇਵਕ ਨੂੰ ਆਵਾਜ਼ ਮਾਰੀ, ਕਹਿੰਦੇ ਵੀ ਇਸ ਤਰ੍ਹਾਂ ਕਰ, ਇੱਕ ਨਾ ਲੋਹੇ ਦੀ ਪਾਣੀ ਦੀ ਬਾਲਟੀ ਜਿਹੜੀ ਆ ਭਰ ਕੇ ਲੈ ਕੇ ਆ। ਉਹ ਸੇਵਕ ਜਿਹੜਾ ਸੀਗਾ ਲੋਹੇ ਦੀ ਬਾਲਟੀ ਪਾਣੀ ਦੀ ਭਰ ਕੇ ਲੈ ਕੇ ਆ। ਮਹਾਂਪੁਰਖਾਂ ਨੇ ਇੱਕ ਲੋਹੇ ਦਾ ਚਮਟਾ ਵੀ ਮੰਗਾ ਲਿਆ। ਜਿੱਥੇ ਮਹਾਂਪੁਰਖ ਜਿਹੜੇ ਸੀਗੇ ਉਹ ਲੋਹੇ ਦੇ ਮੱਥੇ ਨਹੀਂ ਸੀ ਲੱਗਦੇ, ਉੱਥੇ ਆਪਣੇ ਪ੍ਰੇਮੀਆਂ ਦੇ ਪਰਉਪਕਾਰ ਵਾਸਤੇ ਸਾਰੇ ਨਿਯਮ ਵੀ ਤੋੜ ਦਿੰਦੇ ਆ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇੱਕ ਮਿੱਟੀ ਦਾ ਬੱਠਲ ਲਿਆ। ਬੱਠਲ ਲੈ ਕੇ ਇਸ ਬੱਚੀ ਨੂੰ ਕਹਿਣ ਲੱਗੇ, ਕਹਿੰਦੇ ਇਸ ਤਰ੍ਹਾਂ ਕਰ, ਆਹ ਬੱਠਲ ਲੈ ਜਾ, ਇਹਦੇ ਵਿੱਚ ਆ ਲੋਹੇ ਦੀ ਬਾਲਟੀ ਦਾ ਪਾਣੀ ਪਾ ਕੇ ਹੈ ਨਾ, ਇਸ਼ਨਾਨ ਕਰਕੇ ਕੱਪੜੇ ਬਦਲ ਲੈ। ਜਦ ਇੰਨੀ ਗੱਲ ਹੋਈ, ਦੇਖੋ ਉਹ ਬੱਚੀ ਜਿਹੜੀ ਸੀ ਆਪਣੀ ਮਾਂ ਦੇ ਨਾਲ ਗਈ, ਜਾ ਕੇ ਜਿੱਦਾਂ ਮਹਾਂਪੁਰਖ ਨੇ ਕਿਹਾ ਸੀ ਉਸੇ ਤਰ੍ਹਾਂ ਇਸ਼ਨਾਨ ਕਰ ਲਿਆ। ਇਸ਼ਨਾਨ ਕਰਨ ਤੋਂ ਬਾਅਦ ਮਹਾਂਪੁਰਖਾਂ ਨੇ ਇੱਕ ਸੇਵਕ ਦੇ ਹੱਥ 'ਚ ਲੋਹੇ ਦਾ ਚਮਟਾ ਦੇ ਕੇ ਪਿੱਛੇ ਖੜਾ ਕਰਤਾ ਦੂਰ। ਕਹਿੰਦੇ ਬਸ ਤੂੰ ਚਮਟਾ ਜਿਹੜਾ ਸੀਗਾ ਪਿੱਛੇ ਖੜਾ ਕਰਕੇ ਅਤੇ ਇਸ ਤਰ੍ਹਾਂ ਜਿਹੜਾ ਸੀਗਾ ਇਹ ਜਦ ਤੱਕ ਇਸ਼ਨਾਨ ਕਰੀ ਜਾਂਦੇ ਆ, ਚਮਟਾ ਲੈ ਕੇ ਇਸ ਤਰ੍ਹਾਂ ਖੜੇ ਰਹਿਣਾ ਹੈਗਾ। ਦੇਖੋ ਜਦ ਇਹ ਬੱਚੀ ਨੇ ਇਸ਼ਨਾਨ ਕੀਤਾ, ਮਹਾਂਪੁਰਖਾਂ ਨੇ ਇਸ ਦੀ ਮਾਂ ਤੋਂ ਫਿਰ 13 ਬਚਨ ਜਿਹੜੇ ਮਨਾਏ। ਜਦ 13 ਬਚਨ ਮਹਾਂਪੁਰਖਾਂ ਨੇ ਕਹੇ ਤਾਂ ਉਹਨੇ ਮੂਹਰੋਂ ਸੱਤ ਗਿਆ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਇਸੇ ਹੀ ਜਿਹੜੀ ਲੜਕੀ ਦੀ ਸ਼ਰ੍ਹਾ ਕਰਾਈ। ਜਦ ਸ਼ਰ੍ਹਾ ਕਰਾਈ, ਸ਼ਰ੍ਹਾ ਕਰਾਉਣ ਤੋਂ ਬਾਅਦ ਫਿਰ ਮਹਾਂਪੁਰਖ ਕਹਿੰਦੇ ਲੈ ਵੀ ਹੁਣ ਸ਼ੁੱਧ ਵਾ, ਹੁਣ ਇਹ ਬੱਚੀ ਬਿਲਕੁਲ ਠੀਕ ਠਾਕ ਹੈ। ਦੇਖੋ ਜਦ ਦਿਨ ਚੜ੍ਹਿਆ, ਉਸ ਤੋਂ ਬਾਅਦ ਇਹ ਬੱਚੀ ਜਿਹੜੀ ਸੀ ਇਹਨੇ ਦੇਖਿਆ ਵੀ ਮੈਂ ਤਾਂ ਹਲਕੀ ਫੁੱਲ ਵਾਂਗੂ ਹੋ ਗਈ ਹਾਂ। ਪਰ ਜਦੋਂ ਇਹ ਘਰ ਜਾਣ ਲੱਗੀ ਤਾਂ ਬੱਚੀ ਕਹਿਣ ਲੱਗੀ ਕਿ ਮੈਂ ਘਰ ਨਹੀਂ ਜਾਣਾ ਹੈਗਾ, ਮੈਂ ਤਾਂ ਮਹਾਂਪੁਰਖਾਂ ਦੀ ਸੇਵਾ ਕਰਨੀ ਹੈ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਉਹਦੀ ਮਾਂ ਕਹੇ ਵੀ ਹੁਣ ਦੱਸ ਕੀ ਕਰੀਏ। ਅਤੇ ਫਿਰ ਮਹਾਂਪੁਰਖ ਕਹਿਣ ਲੱਗੇ ਵੀ ਚਲੋ ਅਗਰ ਬੱਚੀ ਦਾ ਚਿੱਤ ਕਰਦਾ ਹੈਗਾ ਤਾਂ ਇਹ ਵੀ ਸੰਗਤ ਦੇ ਨਾਲ ਇੱਥੇ ਸੇਵਾ ਕਰੇ, ਪਰ ਗੱਲ ਹਾਂ ਜਦੋਂ ਤੁਸੀਂ ਇਹਦੀ ਮੰਗਣੀ ਕਰ ਦੋਗੇ ਤਾਂ ਫਿਰ ਤੁਸੀਂ ਇਹਨੂੰ ਬੇਸ਼ੱਕ ਲੈ ਜਿਓ। ਜਦ ਇੰਨੀ ਗੱਲ ਹੋਈ ਆ ਤਾਂ ਉਸ ਤੋਂ ਬਾਅਦ ਜਿਹੜੀ ਮਾਂ ਸੀ ਉਹ ਤਾਂ ਘਰ ਚੱਲ ਗਈ ਅਤੇ ਬੱਚੀ ਇਸ ਤਰ੍ਹਾਂ ਸੰਗਤ ਦੇ ਨਾਲ ਸੇਵਾ ਕਰਦੀ ਰਹੀ। ਜਦ ਸੇਵਾ ਕਰਦੀ ਰਹੀ ਅਤੇ ਉਸ ਤੋਂ ਬਾਅਦ ਫਿਰ ਸਰਦਾਰ ਗੁਰਬਚਨ ਸਿੰਘ ਜਿਹੜਾ ਤਹਿਸੀਲਦਾਰ ਸੀਗਾ, ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਆਪਣੀ ਭੈਣ ਛੋਟੀ ਨੂੰ ਮਿਲ ਕੇ ਬੜਾ ਪ੍ਰਸੰਨ ਹੋਇਆ। ਦੇਖਿਆ ਕਿ ਮੇਰੀ ਭੈਣ ਤਾਂ ਜਿਹੜੀ ਆ ਬਾਲਟੀਆਂ ਪਾਣੀ ਦੀਆਂ ਭਰ ਕੇ ਸਾਰੀ ਸੰਗਤ ਦੀ ਸੇਵਾ ਕਰ ਰਹੀ ਹੈ। ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ ਉੱਠਣ ਜੋਗੀ ਨਹੀਂ ਸੀ, ਅੱਜ ਤਾਂ ਇਹ 9/9 ਹੋ ਕੇ ਬੜੀ ਖੁਸ਼ ਹੋ ਕੇ ਸਾਰੀ ਸੇਵਾ ਕਰ ਰਹੀ ਆ। ਇਹ ਦੇਖ ਕੇ ਸਰਦਾਰ ਗੁਰਬਚਨ ਸਿੰਘ ਜਿਹੜੇ ਤਹਿਸੀਲਦਾਰ ਸੀ ਬੜੇ ਪ੍ਰਸੰਨ ਹੋਏ। ਉਸ ਤੋਂ ਬਾਅਦ ਇਹ ਸਾਰਾ ਪਰਿਵਾਰ ਜਿਹੜਾ ਮਹਾਂਪੁਰਖਾਂ ਦਾ ਪੱਕਾ ਸ਼ਰਧਾਲੂ ਹੋ ਗਿਆ। ਜਦ ਪੱਕਾ ਸ਼ਰਧਾਲੂ ਹੋਇਆ, ਸਮਾਂ ਆਇਆ, ਇਸ ਬੱਚੀ ਦੀ ਮੰਗਣੀ ਹੋਈ। ਉਸ ਤੋਂ ਬਾਅਦ ਸਾਰਾ ਪਰਿਵਾਰ ਇਸ ਬੱਚੀ ਨੂੰ ਆਪਣੇ ਘਰ ਲੈ ਗਿਆ। ਪਰ ਗੁਰਬਚਨ ਸਿੰਘ ਜਿਹੜਾ ਸੀਗਾ ਇਹ ਸਮਾਂ ਪਾ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਂਦਾ ਰਿਹਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇਸ ਨੂੰ ਕਹਿ ਦਿੱਤਾ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰਿਆ ਕਰ, ਆਹ ਸ਼ਬਦ ਦਾ ਇੱਕ ਮੰਤਰ ਇਸ ਨੂੰ ਰੋਜ਼ ਜਪਿਆ ਕਰ, ਅਤੇ ਭਾਈ ਤੈਨੂੰ ਹੁਣ ਨੌਕਰੀ ਕਰਨ ਦੀ ਲੋੜ ਨਹੀਂ, ਤੈਨੂੰ ਵਾਹਿਗੁਰੂ ਨੇ ਸਭ ਕੁਛ ਦੇ ਦਿੱਤਾ ਹੈਗਾ। ਦੇਖੋ ਉਸ ਤੋਂ ਬਾਅਦ ਫਿਰ ਸਰਦਾਰ ਗੁਰਬਚਨ ਸਿੰਘ ਸੀਗੇ, ਇਹ ਮਹਾਂਪੁਰਖਾਂ ਦਾ ਸ਼ਬਦ ਲੈ ਕੇ ਐਸੇ ਨਾਮ ਵਿੱਚ ਲੀਨ ਹੋਏ। ਫਿਰ ਇਹਨਾਂ ਨੂੰ ਨੌਕਰੀ ਭੁੱਲ ਗਈ ਸੀਗੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਮਹਾਂਪੁਰਖਾਂ ਤੋਂ ਇਹ ਵੀ ਆਗਿਆ ਲੈ ਲਈ ਸੀ ਕਿ ਅਸੀਂ ਹਰ ਰੋਜ਼ ਆਪ ਜੀ ਦੇ ਵਾਸਤੇ ਹੈ ਨਾ ਦੁੱਧ ਦੀ ਸੇਵਾ ਕਰਿਆ ਕਰਾਂਗੇ। ਸੋ ਇਹ ਪਰਿਵਾਰ ਜਿਹੜਾ ਸੀਗਾ 2 ਟਾਈਮ ਦੁੱਧ ਲੈ ਕੇ ਮਹਾਂਪੁਰਖਾਂ ਦੇ ਦਰਬਾਰ 'ਚ ਹਾਜ਼ਰ ਹੁੰਦਾ ਰਿਹਾ ਅਤੇ ਇਸ ਤਰ੍ਹਾਂ ਸੇਵਾ ਕਰਦਾ ਹੋਇਆ ਬਾਬਾ ਜੀ ਦੀਆਂ ਖੁਸ਼ੀਆਂ ਹਾਸਲ ਕਰਦਾ ਰਿਹਾ ਹੈ। ਸੋ ਇੱਕ ਵਾਰ ਹੈ ਨਾ ਸੰਤ ਬਾਬਾ ਨੰਦ ਸਿੰਘ ਜੀ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਭੁੱਚੋ ਆਏ। ਜਦ ਭੁੱਚੋ ਆਏ ਤਾਂ ਬਾਬਾ ਮਾਹਰ ਨਾਮ ਸੋਹਣੀ ਅਤੇ ਬਾਬਾ ਨੰਦ ਸੋਹਣੀ ਇੱਕ ਦੂਸਰੇ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਜਦੋਂ ਪ੍ਰਸੰਨ ਹੋਏ ਉਸ ਤੋਂ ਬਾਅਦ ਫਿਰ ਬਾਬਾ ਮਾਹਰ ਨਾਮ ਸੋਹਣਾ ਨੇ ਬਾਬਾ ਨੰਦ ਸਿੰਘ ਨੂੰ ਆਖਿਆ, ਕਹਿਣ ਲੱਗੇ ਨੰਦ ਸਿੰਘ ਸਾਡਾ ਚਿੱਤ ਕਰਦਾ ਹੈਗਾ ਕਿ ਤੁਸੀਂ ਹੈ ਨਾ ਤਖਤ 'ਤੇ ਬੈਠੋ ਅਤੇ ਤੁਹਾਡੇ ਹੈ ਨਾ ਸੀਸ 'ਤੇ ਚੌਰ ਹੋਵੇ ਅਤੇ ਤੁਹਾਡੇ ਉੱਪਰ ਛਤਰ ਝੁੱਲਦਾ ਹੋਵੇ ਅਤੇ ਅਸੀਂ ਹੈ ਨਾ ਭੁੰਜੇ ਬੈਠੀਏ, ਆਪ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਮਗਨ ਰਹੀਏ। ਜਦ ਇੰਨੀ ਗੱਲ ਹੋਈ ਤਾਂ ਜਦ ਇਹ ਪ੍ਰੇਮ ਬਾਬਾ ਮਾਹਰ ਨਾਮ ਸੋਹਣਾ ਨੇ ਬਾਬਾ ਨੰਦ ਸੋਹਣਾ ਨੇ ਕੀਤਾ ਅਤੇ ਬਾਬਾ ਨੰਦ ਸੋਹਣਾ ਨੇ ਹੱਥ ਜੋੜ ਦਿੱਤੇ, ਜੋੜ ਕੇ ਕਹਿਣ ਲੱਗੇ, ਕਹਿੰਦੇ ਨਹੀਂ ਮਹਾਂਪੁਰਖੋ, ਤਖਤ 'ਤੇ ਵੀ ਤੁਸੀਂ ਬਹਿਣਾ ਹੈਗਾ, ਸੀਸ 'ਤੇ ਚੌਰ ਵੀ ਤੁਹਾਡੇ 'ਤੇ ਹੋਵੇ, ਛਤਰ ਵੀ ਤੁਹਾਡੇ 'ਤੇ ਹੋਵੇ, ਅਸੀਂ ਤਾਂ ਤੁਹਾਡੇ ਚਰਨਾਂ 'ਚ ਬਹਿਣਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ ਨੰਦ ਸਿਆਂ,
ਹੁਣ ਜਿਹੜਾ ਹੈ ਨਾ ਸਾਡਾ ਸਮਾਂ ਨਹੀਂ ਆ, ਹੁਣ ਤੇਰਾ ਸਮਾਂ ਆਇਆ ਹੈਗਾ, ਅਤੇ ਅਸੀਂ ਤੈਨੂੰ ਇਸ ਤਰ੍ਹਾਂ ਤਖ਼ਤ 'ਤੇ ਬੈਠੇ ਸੀਸ 'ਤੇ ਚੌਰ ਉੱਪਰ ਛਤਰ ਅੱਖੀਂ ਦੇਖੀਏ ਅਤੇ ਫਿਰ ਸਾਡੇ ਮਨ ਨੂੰ ਬੜਾ ਧਰਵਾਸ ਵੱਜੂਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨਾਮ ਸਿੰਘ ਹੋਣਾ ਨੇ ਬਿਲਕੁਲ ਨਾ ਕਰ ਦਿੱਤੀ। ਜਦ ਨਾ ਕੀਤੀ ਤਾਂ ਫਿਰ ਬਾਬਾ ਮਾਹਰ ਨਾਮ ਸੁਣੀ ਕਹਿਣ ਲੱਗੇ, ਅੱਛਾ ਅਗਰ ਤੂੰ ਇਸ ਤਰ੍ਹਾਂ ਨਹੀਂ ਕਰਨਾ ਤਾਂ ਫਿਰ ਇਸ ਤਰ੍ਹਾਂ ਕਰ, ਆਹ ਫੜ ਮਿੱਟੀ ਦਾ ਭਾਂਡਾ, ਜਾ ਕੇ ਮੰਗ ਕੇ ਲਿਆ ਅਤੇ ਜਾ ਕੇ ਖਾ। ਜਦ ਇੰਨੀ ਗੱਲ ਹੋਈ, ਦੇਖੋ ਬਾਬਾ ਨਾਮ ਸਿੰਘ ਹੋਣਾ ਨੇ 7 ਵਚਨ ਕਿਹਾ। ਬਾਬਾ ਮਾਹਰ ਨਾਮ ਸੁਣਾ ਤਾਂ ਮਿੱਟੀ ਦਾ ਭਾਂਡਾ ਫੜ ਲਿਆ ਅਤੇ ਬਾਹਰ ਹੈ ਨਾ ਮੰਗਣ ਚਲੇ ਗਏ, ਨਗਰ ਦੇ ਵਿੱਚ ਮੰਗਣ ਚਲੇ ਗਏ। ਅਤੇ ਫਿਰ ਰਾਤ ਵੀ ਬਾਹਰ ਹੀ ਰਹੇ ਬਾਬਾ ਨਾਮ ਸਿੰਘ ਹੋਣੀ। ਜਦ ਦਿਨੇ ਜਿਹੜੇ ਸੀ ਹਾਜ਼ਰ ਹੋਏ ਤਾਂ ਜਦ ਬਾਬਾ ਮਾਹਰ ਨਾਮ ਸੁਣਾ ਦੇ ਚਰਨਾਂ 'ਚ ਫੇਰ ਆ ਕੇ ਮੱਥਾ ਟੇਕਿਆ ਤਾਂ ਫਿਰ ਬਾਬਾ ਮਾਹਰ ਨਾਮ ਸੁਣਾ ਨੇ ਫਿਰ ਉਹੀ ਸ਼ਬਦ ਬਾਬਾ ਨਾਮ ਸਿੰਘ ਦੇ ਅੱਗੇ ਜਿਹੜੇ ਸੀ ਉਹ ਦੁਹਰਾਏ। ਕਹਿਣ ਲੱਗੇ, ਨੰਦ ਸਿਆਂ ਅਸੀਂ ਤੈਨੂੰ ਕਹਿੰਦੇ ਹਾਂ ਤੂੰ ਤਖ਼ਤ 'ਤੇ ਬੈਠ ਜਾ, ਤੇਰੇ ਸੀਸ ਦੇ ਉੱਤੇ ਚੌਰ ਹੋਵੇ, ਛਤਰ ਹੋਵੇ ਅਤੇ ਅਸੀਂ ਭੁੰਜੇ ਬੈਠੀਏ ਤੇਰੇ ਦਰਸ਼ਨ ਕਰੀਏ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨਾਮ ਸੁਣਾ ਨੇ ਫਿਰ ਪਹਿਲੇ ਦੀ ਤਰ੍ਹਾਂ ਨਾ ਕਰ ਦਿੱਤੀ ਕਿ ਮਹਾਂਪੁਰਖੋ ਸੀਸ 'ਤੇ ਛਤਰ ਤੁਹਾਡੇ 'ਤੇ ਹੀ ਸੋਭਦਾ, ਅਸੀਂ ਤਾਂ ਤੁਹਾਡੇ ਚਰਨਾਂ 'ਚ ਬੈਠੇ ਹੀ ਸੱਜਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਮਾਹਰ ਨਾਮ ਸੁਣਾ ਨੇ ਦੂਸਰੇ ਦਿਨ ਫੇਰ ਕਹਿਤਾ, ਲੱਗਦਾ ਕਹਿੰਦੇ ਤੂੰ ਨਹੀਂ ਸੁਧਰਨਾ, ਆਹ ਫੜ ਮਿੱਟੀ ਦਾ ਬਰਤਨ ਅਤੇ ਇਹਦੇ ਵਿੱਚ ਜਾ, ਅੱਜ ਫਿਰ ਮੰਗ ਕੇ ਲਿਆ ਤਾਂ ਮੰਗ ਕੇ ਖਾ। ਦੇਖੋ 7 ਵਚਨ ਕਹਿ ਕੇ ਬਾਬਾ ਨਾਮ ਸੁਣੀ ਫਿਰ ਤੁਰ ਪਏ। ਫਿਰ ਜਿਹੜੇ ਸੀ ਬਾਹਰ ਰਹੇ, ਰਾਤ ਫੇਰ ਰਹੇ, ਅਗਲੇ ਦਿਨ ਫੇਰ ਆ ਗਏ। ਜਦ ਤੀਸਰੀ ਵਾਰੀ ਫੇਰ ਸਾਹਮਣੇ ਆਏ, ਫਿਰ ਬਾਬਾ ਮਾਹਰ ਨਾਮ ਸੁਣੇ ਤੀਸਰੀ ਵਾਰ ਫਿਰ ਉਹੀ ਬਚਨ ਧਰਾਏ। ਜਦ ਬਾਬਾ ਨਾਮ ਸੁਣੇ ਤੀਜੀ ਵਾਰ ਫੇਰ ਨਾ ਕੀਤੀ, ਮਹਾਂਪੁਰਖਾਂ ਨੇ ਫੇਰ ਮੰਗਣ ਭੇਜ ਦਿੱਤਾ। ਜਦ 3 ਵਾਰੀ ਮੰਗਣ ਭੇਜਿਆ ਅਤੇ ਚੌਥੀ ਵਾਰ ਜਦੋਂ ਬਾਬਾ ਨਾਮ ਸੁਣੀ ਸਾਹਮਣੇ ਆਏ ਅਤੇ ਫਿਰ ਬਾਬਾ ਮਾਹਰ ਨਾਮ ਸੁਣੀ ਬਾਬਾ ਨਾਮ ਸੁਣੀ ਨੇ ਕਹਿਣ ਲੱਗੇ, ਕਹਿੰਦੇ ਨੰਦ ਸਿਆਂ ਅਸੀਂ 3 ਵਾਰ ਕਿਹਾ ਅਤੇ 3 ਵਾਰ ਨਾ ਕੀਤੀ, ਇਸ ਗੱਲ ਤੋਂ ਅਸੀਂ ਬੜੇ ਪ੍ਰਸੰਨ ਹਾਂ, ਪਰ ਹੁਣ ਤੂੰ ਇਸ ਤਰ੍ਹਾਂ ਕਰ ਕਿ ਸਾਡਾ ਆਦੇਸ਼ ਹੈਗਾ ਕਿ ਹੁਣ ਕਲਯੁੱਗ ਦਾ ਜਿਹੜਾ ਘੋਰ ਸਮਾਂ ਆ ਰਿਹਾ ਹੈਗਾ, ਦੁਨੀਆਦਾਰਾਂ ਦੇ ਜਿਹੜੇ ਲੋਕੀ ਹੈਗੇ ਆ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਭੁੱਲ ਗਏ ਆ, ਅਤੇ ਤੁਸੀਂ ਜੇ ਤਖ਼ਤ 'ਤੇ ਨਹੀਂ ਬਹਿਣਾ ਹੈਗਾ ਅਤੇ ਤੁਸੀਂ ਹੁਣ ਇਸ ਤਰ੍ਹਾਂ ਕਰਨੀ ਆ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟੋਆ ਪੱਟ ਕੇ ਜ਼ਮੀਨ ਦੇ ਥੱਲੇ ਬਹਿਣਾ ਹੈ। ਇਹਦਾ ਸਤਿਕਾਰ ਆਪ ਵੀ ਕਰਨਾ ਅਤੇ ਬਾਕੀਆਂ ਸੰਗਤਾਂ ਤੋਂ ਵੀ ਕਰਾਉਣਾ ਹੈਗਾ। ਜਦ ਇਹ ਜਿਹੜਾ ਆਦੇਸ਼ ਸੀਗਾ ਬਾਬਾ ਮਾਹਰ ਨਾਮ ਸੁਣੇ ਨੇ ਬਾਬਾ ਨਾਮ ਸੁਣੇ ਦੱਸਿਆ ਅਤੇ ਬਾਬਾ ਨਾਮ ਸੁਣੀ ਬੜੇ ਪ੍ਰਸੰਨ ਹੋਏ। ਮਨ 'ਚ ਸੋਚਿਆ ਵੀ ਸਤਿਕਾਰ ਤਾਂ ਅਸੀਂ ਪਹਿਲਾਂ ਹੀ ਕਰਦੇ ਸੀ, ਪਰ ਮਹਾਂਪੁਰਖਾਂ ਦਾ ਹੁਕਮ ਆਦੇਸ਼ ਹੋਣ ਦੇ ਨਾਲ ਹੁਣ ਤਾਂ ਸਾਡੇ ਸਤਿਕਾਰ ਦੇ ਵਿੱਚ ਹੋਰ ਵੀ ਬਹੁਤ ਖੁਸ਼ੀਆਂ ਦੀਆਂ ਲਹਿਰਾਂ ਉੱਠ ਪਈਆਂ ਹੈ। ਅਤੇ ਬਾਬਾ ਨਾਮ ਸੁਣਾ ਨੇ ਫਿਰ ਬਾਬਾ ਮਾਹਰ ਨਾਮ ਸੁਣੇ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਫਿਰ ਬਾਬਾ ਜੀ ਕਹਿਣ ਲੱਗੇ ਵੀ ਤੇਰੇ ਹਿਰਦੇ ਵਿੱਚ ਜਿਹੜੀ ਜੋਤ ਟਿਕੀ ਹੋਈ ਆ ਨਾ, ਇਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਸ ਦੇ ਦਰਸ਼ਨ ਆਪ ਵੀ ਕਰੋ ਅਤੇ ਸੰਗਤਾਂ ਨੂੰ ਵੀ ਕਰਾਵੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਬਾਬਾ ਨਾਨਕ ਸੁਣਾ ਨੇ ਇਸ ਤਰ੍ਹਾਂ ਹੀ ਜਿਹੜਾ ਆਪਣੇ ਜੀਵਨ ਦੇ ਵਿੱਚ ਕੀਤਾ ਹੈਗਾ। ਆਪ ਵੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਰੱਜ ਕੇ ਸਤਿਕਾਰ ਕੀਤਾ ਅਤੇ ਸੰਗਤਾਂ ਪਾਸੋਂ ਵੀ ਕਰਾਇਆ ਹੈ। ਸੋ ਦਾਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।